ਹੁਣ ਅੱਗੇ ਵਧਦੇ ਤੇ ਗੱਲ ਹੋਵੇਗੀ ਫਾਜ਼ਿਲਕਾ ਦੀ ਅਨਾਜ ਮੰਡੀ ਦੀ। ਫਾਜ਼ਿਲਕਾ ਦੀ ਅਨਾਜ ਮੰਡੀ ਦੇ ਵਿੱਚ ਕਿਸਾਨ ਪਰੇਸ਼ਾਨ ਹੋ ਰਹੇ ਨੇ, ਉਚਿਤ ਪ੍ਰਬੰਧ ਨਹੀਂ ਨੇ। ਕਿਸਾਨਾਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਫਸਲ ਦੀ ਖਰੀਦ ਸਹੀ ਸਮੇਂ ਤੇ ਨਹੀਂ ਕੀਤੀ ਜਾ ਰਹੀ। ਫਾਜ਼ਿਲਕਾ ਦੀ ਅਨਾਜ ਮੰਡੀ ਝੋਨੇ ਦੀ ਫਸਲ ਨੂੰ ਲੈ ਕੇ ਪਹੁੰਚੇ ਕਿਸਾਨ ਪਰੇਸ਼ਾਨ ਹੋ ਰਹੇ ਨੇ। ਕਿਸਾਨਾਂ ਮੁਤਾਬਿਕ ਨਾ ਤਾਂ ਉਹਨਾਂ ਦੀ ਫਸਲ ਦੀ ਖਰੀਦ ਹੋ ਰਹੀ ਹੈ ਤੇ ਨਾ ਹੀ ਮੰਡੀਆਂ 'ਚ ਉਹਨਾਂ ਲਈ ਕੁਝ ਢੁਕਵੇਂ ਪ੍ਰਬੰਧ ਨੇ। ਕਿਸਾਨਾਂ ਦਾ ਇਲਜ਼ਾਮ ਹੈ ਕਿ ਉਹ ਪਿਛਲੇ 3-4 ਦਿਨਾਂ ਤੋਂ ਮੰਡੀਆਂ 'ਚ ਰਹਿ ਕੇ ਖੁਦ ਆਪਣੀ ਫਸਲ ਦੀ ਨਿਗਰਾਨੀ ਕਰ ਰਹੇ ਨੇ ਅਤੇ ਨਾ ਹੀ ਫਸਲ ਦੀ ਖਰੀਦ ਹੋ ਰਹੀ ਹੈ, ਨਾ ਹੀ ਉਹਨਾਂ ਦੀ ਕੋਈ ਸਾੜ ਲੈ ਰਿਹਾ ਹੈ। ਮੰਡੀਆਂ 'ਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਨੇ। ਆਵਾਰਾ ਪਸ਼ੂਆਂ ਨੇ ਡੇਰਾ ਲਾਇਆ ਹੋਇਆ ਹੈ। ਇੱਥੋਂ ਤੱਕ ਕਿ ਪੀਣ ਦੇ ਪਾਣੀ ਦਾ ਵੀ ਪ੍ਰਬੰਧ ਨਹੀਂ। ਅਸੀਂ ਜੀ ਆ ਝੋਨਾ ਲੈ ਕੇ ਆਏ ਹਾਂ ਜੀ। ਕਿੰਨੇ ਦਿਨ ਹੋ ਗਏ? ਇਹ 3 ਦਿਨ ਹੋ ਗਏ ਜੀ। ਅਜੇ ਤੱਕ ਕੋਈ ਨਹੀਂ ਆਇਆ, ਕੋਈ ਵਪਾਰੀ ਨਹੀਂ ਆਇਆ, ਕੋਈ ਨਹੀਂ ਸਾਨੂੰ ਪੁੱਛਦਾ ਗਾ ਜੀ। ਉਧਰੋਂ ਜੀ ਧਰਨੇ ਲੱਗੀ ਜਾਂਦੇ ਨੇ, ਅਸੀਂ ਧਰਨਿਆਂ ਤੇ ਪਈਏ ਕਿ ਇੱਥੇ ਝੋਨੇ ਤੇ ਪਈਏ। ਬਹੁਤ ਬੁਰਾ ਹਾਲ ਹੈ ਇਹ ਮੰਡੀ ਦਾ। ਵੇਖੋ ਤੁਸੀਂ, ਕੋਈ ਇਹ ਵਪਾਰੀ ਨਹੀਂ, ਕੋਈ ਕੁਛ ਨਹੀਂ ਗਾ, ਕੋਈ ਵੀ ਸਾਡੀ ਕੋਈ ਸੁਣਦਾ ਨਹੀਂ ਗਾ। ਕਿਸਾਨਾਂ ਮੁਤਾਬਿਕ ਸਰਕਾਰ ਵੱਲੋਂ ਫਸਲ ਦੀ ਤੁਲਾਈ ਲਈ ਕੰਪਿਊਟਰ ਕੰਡਿਆਂ ਦੇ ਇਸਤੇਮਾਲ ਦੀ ਗੱਲ ਕਹੀ ਗਈ ਸੀ, ਪਰ ਮੰਡੀ ਵਿੱਚ ਇੱਕ ਵੀ ਕੰਪਿਊਟਰ ਕੰਡਾ ਨਹੀਂ, ਜਿਸ ਕਾਰਨ ਅਨਪੜ੍ਹ ਕਿਸਾਨਾਂ ਦੀ ਵੀ ਲੁੱਟ ਹੋ ਰਹੀ ਹੈ। ਫਾਜ਼ਿਲਕਾ ਦੀ ਅਨਾਜ ਮੰਡੀ ਦੇ ਵਿੱਚ ਖੜੇ ਆ। ਸਾਡੇ ਨਾਲ ਕੁਝ ਜ਼ਮੀਂਦਾਰ ਮਜ਼ਦੂਰ ਨੇ। ਇਹਨਾਂ ਦਾ ਕਹਿਣਾ ਹੈ ਕਿ ਇੱਥੇ ਜਿਹੜੇ ਹਾਲਾਤ ਨੇ ਉਹ ਐਡੇ ਵਧੀਆ ਨਹੀਂ ਗੇ ਮੰਡੀ ਦੇ, ਕਿਉਂਕਿ ਨਾ ਤਾਂ ਇੱਥੇ ਪੀਣ ਵਾਲਾ ਪਾਣੀ ਹੈ ਔਰ ਨਾ ਹੀ ਜਿਹੜੀ ਇਹਨਾਂ ਦੀ ਜਿਹੜੀ ਫਸਲ ਦੀ ਜਿਹੜੀ ਸਰਕਾਰੀ ਖਰੀਦ ਹੋ ਰਹੀ ਹੈ। ਅਸੀਂ ਗੱਲਬਾਤ ਕਰਾਂਗੇ। ਕੀ ਨਾਂ ਜੀ ਤੁਹਾਡਾ? ਪ੍ਰਲਾਦ ਸਿੰਘ ਢਾਲੀਵਾਲ, ਜ਼ਿਲ੍ਹਾ ਵਾਈਸ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ। ਕੀ ਪ੍ਰੋਬਲਮ ਜਿਹੜੀਆਂ ਤੁਹਾਨੂੰ ਇੱਥੇ ਆ ਰਹੀਆਂ ਨੇ? ਇੱਥੇ ਸਾਰੀਆਂ ਪ੍ਰੋਬਲਮ ਹੀ ਹੈ ਜੀ। ਜਿਵੇਂ ਖਰੀਦ ਜਲਦੀ ਨਹੀਂ ਹੋ ਰਹੀ, ਸਰਕਾਰੀ ਖਰੀਦ ਜਿਵੇਂ 26 ਤਰੀਕ ਦੀ ਸਰਕਾਰ ਨੇ ਚਾਲੂ ਕੀਤੀ ਹੈ, ਇੱਥੇ ਬਹੁਤ ਘੱਟ। ਇੱਥੇ ਤੁਸੀਂ ਵੇਖ ਲਓ, ਸਾਰੀ ਮੰਡੀ ਦੇ ਵਿੱਚ ਕਿਤੇ ਬੋਲੀ ਦਿਸੀ ਤੁਹਾਨੂੰ ਆਈ? ਕਿਤੇ ਬੋਲੀ ਨਹੀਂ ਆ ਰਹੀ। ਇੱਕ ਸਾਡੇ ਜਿਹੜੇ ਕੰਪਿਊਟਰ ਕੰਡੇ ਸਰਕਾਰ ਨੇ 1 ਮਹੀਨਾ ਪਹਿਲਾਂ ਦਾ ਐਲਾਨ ਕਰ ਰੱਖਿਆ ਵੀ ਹਰ ਇੱਕ ਜਿੱਥੇ ਵੀ ਝੋਨਾ ਤੁਲੂਗਾ ਇਹ ਆਪਣੇ ਇਹਦੇ ਨਾਲ ਕੰਪਿਊਟਰ ਕੰਡੇ ਨਾਲ ਤੁਲੂਗਾ। ਕਿਸੇ ਵੀ ਦੁਕਾਨ ਤੇ ਕੰਪਿਊਟਰ ਕੰਡਾ ਹੈ ਨਹੀਂ। ਇਸ ਬਾਰੇ ਜਦੋਂ ਫਾਜ਼ਿਲਕਾ ਦੇ ਡੀਸੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਸਾਨਾਂ ਦੀ ਸ਼ਿਕਾਇਤਾਂ ਦੀ ਜਾਂਚ ਦੀ ਗੱਲ ਕਹੀ। ਤੁਸੀਂ ਵੈਸੇ ਸਾਰੀ ਡਿਊਟੀਆਂ ਅਸੀਂ ਲਾਈਆਂ ਹੋਈਆਂ, ਸਾਰੇ ਡਿਪਾਰਟਮੈਂਟਸ ਜਿਹੜੇ ਆਪਦੇ ਕੰਮਾਂ 'ਚ ਲੱਗੇ ਹੋਏ ਨੇ। ਮੰਡੀ ਬੋਰਡ ਵੱਲੋਂ ਜਿਹੜੇ ਉਹਨਾਂ ਦੀ ਤੁਸੀਂ ਗੱਲ ਦੱਸ ਰਹੇ ਹੋ, ਸਾਰੇ ਅਰੇਂਜਮੈਂਟਸ ਉਹਨਾਂ ਦਾ ਕਰਨਾ ਦੇ ਸੰਬੰਧ ਡਿਊਟੀ ਲੱਗੀ ਹੋਈ। ਜੇ ਕੋਈ ਕਮੀ ਪੇਸ਼ੀ ਤੁਸੀਂ ਦੱਸ ਰਹੇ ਹੋ ਤਾਂ ਆਪਾਂ ਕਲੀਅਰ ਕਰਵਾ ਦਾਂਗੇ। ਝੋਨੇ ਦੀ ਫਸਲ ਮੰਡੀਆਂ 'ਚ ਪਹੁੰਚਣ ਤੋਂ ਪਹਿਲਾਂ ਪੁਖਤਾ ਪ੍ਰਬੰਧਾਂ ਤੇ ਸਹੀ ਢੰਗ ਨਾਲ ਖਰੀਦ ਦਾ ਦਾਅਵਾ ਸਰਕਾਰ ਦੇ ਮੰਤਰੀਆਂ ਵੱਲੋਂ ਕੀਤਾ ਗਿਆ ਸੀ, ਪਰ ਫਾਜ਼ਿਲਕਾ ਦੀ ਇਸ ਮੰਡੀ 'ਚ ਪਹੁੰਚੇ ਕਿਸਾਨ ਇਹਨਾਂ ਦਾਅਵਿਆਂ ਦੀ ਪੋਲ ਖੋਲਦੇ ਨਜ਼ਰ ਆਏ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੇ ਨਾਲ ਬਿਊਰੋ ਰਿਪੋਰਟ ਨਿਊਜ਼ 18। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਾਂਗੇ, ਜੋ ਖਬਰ ਬਠਿੰਡਾ ਤੋਂ ਆਈ, ਜਿਸ ਨੇ ਸਭ ਨੂੰ ਜ਼ਰੂਰ ਪਰੇਸ਼ਾਨ ਕੀਤਾ ਹੈ। ਜਿਹਾਂ ਵੱਡੀ ਲਾਪਰਵਾਹੀ ਸਿਹਤ ਵਿਭਾਗ ਦੀ ਖਾਸ ਤੌਰ ਤੇ ਬਲੱਡ ਬੈਂਕ ਦੀ ਬਠਿੰਡਾ ਦੇ ਵਿੱਚ ਦੇਖਣ ਨੂੰ ਮਿਲੀ, ਜਿੱਥੇ ਇੱਕ HIV ਪੋਜ਼ਿਟਿਵ ਸ਼ਖਸ ਦਾ ਖੂਨ ਇੱਕ 7 ਸਾਲ ਦੇ ਮਾਸੂਮ ਨੂੰ ਚੜਾ ਦਿੱਤਾ ਗਿਆ। ਇਲਜ਼ਾਮ ਇਹ ਵੀ ਨੇ ਕਿ ਸਭ ਕੁਝ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਗਿਆ, ਕਿਉਂਕਿ ਕੋਈ ਸ਼ਖਸ ਕਿਸੇ ਤੋਂ ਬਦਲਾ ਲੈਣਾ ਚਾਹੁੰਦਾ ਸੀ। ਬਲੱਡ ਬੈਂਕ ਦਾ ਇੱਕ ਮੁਲਾਜ਼ਮ ਦੂਜੇ ਮੁਲਾਜ਼ਮ ਤੋਂ ਬਦਲਾ ਲੈਣਾ ਚਾਹੁੰਦਾ ਸੀ ਕਿ ਉਸ ਦੇ ਖਿਲਾਫ ਜਾ ਕੇ ਕਾਰਵਾਈ ਹੋ ਜਾਏ। ਇਸ ਕਰਕੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। 7 ਸਾਲ ਦੇ ਮਾਸੂਮ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਗਿਆ। ਬਠਿੰਡਾ ਹਸਪਤਾਲ ਦੇ ਬਲੱਡ ਬੈਂਕ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। HIV ਪੋਜ਼ਿਟਿਵ ਦਾ ਬਲੱਡ 7 ਸਾਲ ਦੇ ਮਾਸੂਮ ਨੂੰ ਲਗਾ ਦਿੱਤਾ ਗਿਆ। ਇੱਕ ਮਹਿਲਾ ਨੂੰ ਵੀ ਪੋਜ਼ਿਟਿਵ ਬਲੱਡ ਲਗਾਇਆ ਗਿਆ ਸੀ। ਨਿਊਜ਼ 18 ਦੇ ਕੋਲ ਜਾਂਚ ਕਮੇਟੀ ਦੀ ਐਕਸਕਲੂਸਿਵ ਕਾਪੀ ਹੈ, ਜੋ ਜਾਂਚ ਦੇ ਲਈ ਕਿਹਾ ਗਿਆ ਸੀ। ਜਾਂਚ ਰਿਪੋਰਟ ਦੇ ਵਿੱਚ ਬਲੱਡ ਬੈਂਕ ਦੇ 3 ਮੁਲਾਜ਼ਮ ਦੋਸ਼ੀ ਪਾਏ ਗਏ ਨੇ ਤੇ ਸਿਹਤ ਮੰਤਰੀ ਬਲਬੀਰ ਸਿੱਧੂ ਤੱਕ ਇਹ ਪੂਰਾ ਮਾਮਲਾ ਪਹੁੰਚ ਚੁੱਕਿਆ ਤੇ ਬਲਬੀਰ ਸਿੱਧੂ ਕਹਿ ਰਹੇ ਨੇ ਕਿ ਜੋ ਵੀ ਦੋਸ਼ੀ ਹੋਵੇਗਾ ਬਣਦੀ ਕਾਰਵਾਈ ਉਸ ਦੇ ਉੱਤੇ ਕੀਤੀ ਜਾਵੇਗੀ। ਦਰਅਸਲ ਰਿਪੋਰਟ ਮੁਤਾਬਕ ਬਠਿੰਡਾ ਸਿਵਲ ਹਸਪਤਾਲ ਦੀ ਬਲੱਡ ਬੈਂਕ ਦੇ ਵਿੱਚ ਤੈਨਾਤ ਸੀਨੀਅਰ ਮੁਲਾਜ਼ਮ ਵੱਲੋਂ ਹੀ ਆਪਣੀ ਸਾਥੀ ਮਹਿਲਾ ਮੁਲਾਜ਼ਮ ਤੋਂ ਬਦਲਾ ਲੈਣ ਦੇ ਲਈ ਸਾਜ਼ਿਸ਼ ਤਹਿਤ ਜਾਣਬੁੱਝ ਕੇ HIV ਪੋਜ਼ਿਟਿਵ ਮਰੀਜ਼ ਦਾ ਬਲੱਡ 7 ਸਾਲਾ ਬੱਚੀ ਨੂੰ ਲਗਾਇਆ ਗਿਆ ਤੇ ਬਾਅਦ ਦੇ ਵਿੱਚ ਖੁਦ ਹੀ HIV ਬਲੱਡ ਹੋਣ ਦਾ ਖੁਲਾਸਾ ਕਰਦਿਆਂ ਮਹਿਲਾ ਮੁਲਾਜ਼ਮ ਦੀ ਸ਼ਿਕਾਇਤ ਕਰ ਦਿੱਤੀ ਗਈ ਅਤੇ ਕਾਰਵਾਈ ਦੀ ਮੰਗ ਕੀਤੀ ਗਈ। ਤੁਹਾਨੂੰ ਦੱਸ ਦਈਏ ਕਿ ਇਸ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ 5 ਮਈ 2020 ਨੂੰ ਇਸ ਬਲੱਡ ਬੈਂਕ ਦੇ ਵਿੱਚ ਇੱਕ ਮਹਿਲਾ ਨੂੰ ਵੀ ਇਸੇ ਸ਼ਖਸ ਦਾ HIV ਪੋਜ਼ਿਟਿਵ ਦਾ ਖੂਨ ਲਗਾਇਆ ਗਿਆ ਸੀ। ਹੁਣ ਸਿਵਲ ਹਸਪਤਾਲ ਬਠਿੰਡਾ ਨੇ ਉਸ ਮਹਿਲਾ ਨੂੰ ਵੀ ਜਿਹੜਾ ਟ੍ਰੇਸ ਕਰ ਲਿਆ, ਨਾਲ ਹੀ ਜਿਸ ਬੱਚੀ ਦੇ ਖੂਨ ਲਗਾਇਆ ਗਿਆ ਸੀ ਉਸ ਦਾ ਵੀ ਇਲਾਜ ਸ਼ੁਰੂ ਕੀਤਾ ਗਿਆ ਹੈ। ਲਾਪਰਵਾਹੀ ਨਹੀਂ ਜੀ, ਬਹੁਤ ਵੱਡੀ ਅਣਗਹਿਲੀ, ਬਹੁਤ ਵੱਡੀ ਲਾਪਰਵਾਹੀ ਤੇ ਇੱਕ ਕ੍ਰਾਈਮ ਜਿਹੜਾ ਇਹਨਾਂ ਦਾ ਸਾਹਮਣੇ ਆਇਆ ਹੈਗਾ। ਇਹਨਾਂ ਨੇ ਪਿਛਲੀ ਮਈ ਦੇ ਵਿੱਚ, ਆਹੀ 2020 ਮਈ ਦੇ ਵਿੱਚ
ਕਿਸੇ ਡੋਨਰ ਨੂੰ ਇੱਥੇ ਕਾਲ ਆਈ ਵੀ ਕਿਸੇ ਲੇਡੀ ਨੂੰ ਜਿਸ ਦੇ ਸਰੀਰ ਵਿੱਚ ਖੂਨ ਦੀ ਕਮੀ ਹੈ ਉਹਨੂੰ ਬਲੱਡ ਚਾਹੀਦਾ ਹੈ, ਔਰ ਡੋਨਰ ਵਿਚਾਰਾ ਇੱਥੇ ਆਪਦਾ ਬਲੱਡ ਡੋਨੇਟ ਕਰਕੇ ਚਲਾ ਗਿਆ। ਉਸ ਤੋਂ ਬਾਅਦ ਬਲੱਡ ਬੈਂਕ ਵੱਲੋਂ ਉਹਦੇ ਬਲੱਡ ਦੇ ਟੈਸਟ ਕੀਤੇ ਗਏ, ਲੇਕਿਨ ਟੈਸਟ ਦੀ ਰਿਪੋਰਟ ਦੀ ਵੇਟ ਕੀਤੇ ਬਗੈਰ ਜਿਹੜਾ ਉਹ ਬਲੱਡ ਹੈਗਾ ਉਹ ਇੱਕ ਉਸ ਲੇਡੀ ਨੂੰ ਇਸ਼ੂ ਕਰ ਦਿੱਤਾ ਗਿਆ। ਉਹ ਬਲੱਡ ਜਦੋਂ ਲੇਡੀ ਦੇ ਚੜ ਗਿਆ, ਉਸ ਤੋਂ ਬਾਅਦ ਇਹਨਾਂ ਨੇ ਟੈਸਟਾਂ ਦੀ ਰਿਪੋਰਟ ਦੇ ਉੱਤੇ ਗੌਰ ਕੀਤਾ ਕਿ ਜਿਹੜਾ ਬੰਦਾ ਉਹ ਬਲੱਡ ਦੇ ਕੇ ਗਿਆ ਸੀ ਉਹ HIV ਪੋਜ਼ਿਟਿਵ ਸੀਗਾ, ਮਤਲਬ ਉਹ ਏਡਜ਼ ਰੋਗੀ ਸੀਗਾ, ਜਿਹੜਾ ਕਿ ਉਹ ਬਲੱਡ ਡਿਸਟਰੋਏ ਹੋਣਾ ਬਣਦਾ ਸੀਗਾ। ਤੇ ਇਹਨਾਂ ਨੇ ਉਹ ਜਿਹੜਾ ਲੇਡੀ ਨੂੰ ਵੀ ਜਿਹੜਾ HIV ਪੋਜ਼ਿਟਿਵ ਕਰਤਾ ਗਾ। ਉਸ ਤੋਂ ਬਾਅਦ ਵੱਡੀ ਮੂਰਖਤਾ ਇਹ ਰਹੀ ਵੀ ਇਹਨਾਂ ਨੇ ਨਾ ਤਾਂ ਉਸ ਲੇਡੀ ਨੂੰ ਦੱਸਿਆ, ਨਾ ਉਸ ਲੇਡੀ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਦੱਸਿਆ, ਤੇ ਨਾ ਹੀ ਇਹਨਾਂ ਨੇ ਉਸ ਬਲੱਡ ਡੋਨਰ ਨੂੰ ਦੱਸਿਆ। ਤਾਂ ਬਹੁਤ ਵੱਡੀ ਲਾਪਰਵਾਹੀ ਤਾਂ ਲਾਜ਼ਮੀ ਤੌਰ ਦੇ ਉੱਤੇ ਹੈ। ਪੂਰਾ ਮਾਮਲਾ ਹੁਣ ਇਹ ਪਹੁੰਚ ਚੁੱਕਿਆ ਸੂਬੇ ਦੇ ਸਿਹਤ ਮੰਤਰੀ ਤੱਕ ਵੀ, ਤੇ ਸਿਹਤ ਮੰਤਰੀ ਕਹਿ ਰਹੇ ਨੇ ਕਿ ਜੋ ਵੀ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ। ਪਰ ਬਹੁਤ ਵੱਡੀ ਲਾਪਰਵਾਹੀ ਹੈ ਕਹੀਏ ਕਿ ਕਿਸੇ ਦੇ ਵੱਲੋਂ ਜਿਸ ਤਰੀਕੇ ਨਾਲ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਤੁਸੀਂ ਨਿਊਜ਼ 18 ਦੇ ਨਾਲ ਬਣੇ ਰਹੋ। ਛੋਟਾ ਜਿਹਾ ਵਕਫਾ ਤੇ ਉਸ ਤੋਂ ਬਾਅਦ ਵੀ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।